ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਤੀਜੇ ਦੇ ਦੂਜੇ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਤੀਜਾ। ਫਿਰ ਬਿਨ ਖਰੀ ਨਿਮਾਣੀ ਜੀਓ, ਬਿਨ ਫਿਰ ਕਿਉ ਜੀਵਾ ਮੇਰੀ ਮਾਈ। ਫਿਰ ਬਿਨ ਨੈਂਦ ਨ ਆਵੇ ਜੀਓ, ਕਾਪੜ ਤਨ ਨ ਸੁਹਾਈ। ਕਾਪਰ ਤਨ ਸਹਾਵੇ ਜਾ ਪਿਰ ਪਾਵੇ, ਗੁਰਮਤੀ ਚਿਤ ਲਾਈਏ। ਸਦਾ ਸੁਹਾਗਣ ਜਾ ਸਤਿਗੁਰ ਸੇਵੇ, ਗੁਰ ਕੇ ਅੰਕ ਸਮਾਈਏ। ਗੁਰਸਬਦੇ ਮਹਿਲਾ ਤਾ ਪਿਰ ਰਾਵੀ, ਲਾਹਾ ਨਾਮ ਸੰਸਾਰੇ। ਨਾਨਕ ਕਾਮਣ ਨਾ ਪਿਆਰੀ, ਜਾਂ ਹਰ ਕੇ ਗੁਣ ਸਾਰੇ। ਸਾਧਨ ਰੰਗ ਮਾਣੇ ਜੀਓ, ਆਪਣੇ ਨਾਲ ਪਿਆਰੇ। ਅਹਨਸ ਰੰਗ ਰਾਤੀ ਜੀਓ, ਗੁਰ ਸ਼ਬਦ ਵਿਚਾਰੇ। ਗੁਰ ਸ਼ਬਦ ਵਿਚਾਰੇ ਹਉਮੈ ਮਾਰੇ, ਇਨ ਬਿਦ ਮਿਲੋ ਪਿਆਰੇ। ਸਾਧਨ ਸੁਹਾਗਣ ਸਦਾ ਰੰਗ ਰਾਤੀ, ਸਾਚੇ ਨਾਮ ਪਿਆਰੇ। ਆਪਣੇ ਗੁਰ ਮਿਲ ਰਹੀਏ, ਅੰਮ੍ਰਿਤ ਗਈਏ, ਦੁਬਦਾ ਬਾਰ ਨਿਵਾਰੇ। ਨਾਨਕ ਕਾਮਣ ਹਰ ਵਰ ਪਾਇਆ, ਸਗਲੇ ਦੁੱਖ ਵਿਸਾਰੇ। ਨਾਨਕ ਕਾਮਣ ਹਰ ਵਰ ਪਾਇਆ, ਸਗਲੇ ਦੁੱਖ ਵਿਸਾਰੇ। ਕਾਮਣ ਪਿਰੋ ਭੁੱਲੀ ਜੀਓ, ਮਾਇਆ ਮੋਹ ਪਿਆਰੇ। ਝੂਠੀ ਝੂਠ ਲੱਗੀ ਜੀਓ, ਕੂੜ ਮਿੱਠੀ ਕੁੜਿਆਰੇ। ਕੂੜ ਨਿਵਾਰੇ ਗੁਰਮਤਿ ਸਾਰੇ, ਜੂਏ ਜਨਮ ਨਹਾਰੇ। ਗੁਰ ਸ਼ਬਦ ਸੇਵੇ ਸੱਚ ਸਮਾਵੇ, ਵਿੱਚੋਂ ਹਉਮੈ ਮਾਰੇ। ਹਰ ਕਾ ਨਾਮ ਹਿਰਦੇ ਵਸਾਏ, ਐਸਾ ਕਰੇ ਸਿਗਾਰੋ। ਨਾਨਕ ਕਾਮਣ ਸਹਿਜ ਸਮਾਣੀ, ਜਿਸ ਸਾਚਾ ਨਾਮ ਆਧਾਰੋ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ। ਮੈਂ ਨੈਣੀ ਨੀਂਦ ਨ ਆਵੇ ਜੀਓ, ਭਾਵੇ ਅੰਨ ਨ ਪਾਣੀ। ਪਾਣੀ ਅੰਨ ਨ ਭਾਵੇ, ਮਰੀਏ ਹਾਵੇ, ਬਿਨ ਫਿਰ ਕਿਉ ਸੁਖ ਪਾਈਏ। ਗੁਰ ਆਗੇ ਕਰੋ ਬੇਨੰਤੀ, ਜੇ ਗੁਰ ਪਾਵੇ। ਜਿਉ ਮਿਲੇ ਤਿਵੇਂ ਮਿਲਾਈਏ, ਆਪੇ ਮੇਲ ਲਏ ਸੁਖ ਦਾਤਾ, ਆਪ ਮਿਲਿਆ ਕਰ ਆਏ। ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰੇ ਨਾ ਜਾਏ। ਆਪੇ ਮੇਲ ਲਏ ਸੁਖ ਦਾਤਾ, ਆਪ ਮਿਲਿਆ ਕਰ ਆਏ। ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰੇ ਨਾ ਜਾਏ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇੱਥੇ ਵੀ ਜਿਸ ਤਰ੍ਹਾਂ ਪਿਛਲੇ ਸ਼ਬਦਾਂ ਵਿੱਚ ਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ ਪਤੀ ਰੂਪ ਪਰਮੇਸ਼ਰ ਨੂੰ ਮਿਲਣ ਵਾਸਤੇ ਵਾਹਿਗੁਰੂ ਅੱਗੇ ਕਿਸ ਤਰ੍ਹਾਂ ਅਰਦਾਸ ਅਰ ਬੇਨਤੀ ਕਰਨੀ ਹੈ। ਪਰ ਪਹਿਲਾਂ ਆਪਣੇ ਹਉਮੈ, ਆਪਣੇ ਮਾਇਆਵੀ ਵਿਕਾਰ ਨੂੰ ਖਤਮ ਕਰਨਾ ਹੈ। ਉਹ ਕਿਸ ਤਰ੍ਹਾਂ ਖਤਮ ਹੋਣੇ ਹਨ ਜੀ? ਗੁਰਸ਼ਬਦ ਗੁਰਬਾਣੀ ਨਾਮ ਨਾਲ ਮਨ ਅਤੇ ਚਿੱਤ ਨੂੰ ਜੋੜਨਾ, ਉਸ ਚੀਜ਼ ਦਾ ਸ਼ਿੰਗਾਰ ਕਰਨਾ। ਸੋ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹੇ ਮੇਰੀ ਮਾਂ, ਮੈਂ ਪਤੀ ਰੂਪ ਪਰਮੇਸ਼ਰ ਤੋਂ ਬਿਨਾਂ ਬਹੁਤ ਨਿਮਾਣੀ ਹਾਂ ਜੀ। ਪਤੀ ਰੂਪ ਪਰਮੇਸ਼ਰ ਕਿਸ ਤਰ੍ਹਾਂ, ਉਸ ਤੋਂ ਬਿਨਾਂ ਮੈਂ ਕਿਸ ਤਰ੍ਹਾਂ ਜੀ ਸਕਦੀ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਤੀ ਰੂਪ ਪਰਮੇਸ਼ਰ ਤੋਂ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ ਜੀ, ਅਤੇ ਨਾ ਹੀ ਕੋਈ ਕੱਪੜਾ ਸਰੀਰ ਉੱਤੇ ਪਾਉਣਾ ਸੋਹਣਾ ਜਾਂ ਚੰਗਾ ਲੱਗਦਾ ਹੈ ਜੀ, ਨਾ ਸੋਭਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਨੂੰ ਕਿਸ ਤਰ੍ਹਾਂ ਚੰਗੀ ਲੱਗੇਗੀ। ਗੁਰੂ ਜੀ ਕਹਿੰਦੇ ਹਨ, ਇਸ ਲਈ ਗੁਰੂ ਦੀ ਮੱਤ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਵਿੱਚ ਆਪਣਾ ਮਨ ਅਤੇ ਹਿਰਦਾ ਲਗਾਉਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਜੀਵ ਰੂਪ ਇਸਤਰੀ ਸਤਿਗੁਰ ਦੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੇਵਾ ਕਰਦੀ ਹੈ ਜੀ, ਤਾਂ ਉਹ ਸਦਾ ਸੁਹਾਗਣ ਬਣ ਜਾਂਦੀ ਹੈ ਜੀ, ਅਤੇ ਗੁਰੂ ਦੀ ਹੋਂਦ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਵਿੱਚ ਸਮਾ ਜਾਂਦੀ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੇ ਸ਼ਬਦ ਗੁਰਬਾਣੀ ਨਾਮ ਦੁਆਰਾ ਪਤੀ ਰੂਪ ਪਰਮੇਸ਼ਰ ਨਾਲ ਇਸ ਤਰ੍ਹਾਂ ਮੇਲ ਸੰਭਵ ਹੈ ਜੀ। ਤਾਂ ਹੀ ਉਹ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਰਾਮ ਰਮਨ ਕਰ ਸਕਦੀ ਹੈ ਜੀ, ਅਤੇ ਉਸ ਨੂੰ ਸੰਸਾਰ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਰੂਪ ਲਾਭ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਜੀ, ਜੇ ਉਹ ਗੁਰਸ਼ਬਦ ਗੁਰਬਾਣੀ ਨਾਮ ਦੇ ਪਰਮੇਸ਼ਰ ਹਰ ਦੇ ਗੁਣਾਂ ਨੂੰ ਅਪਣਾਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਰੂਪ ਇਸਤਰੀ ਆਪਣੇ ਪਿਆਰੇ ਪਤੀ ਰੂਪ ਪਰਮੇਸ਼ਰ ਨਾਲ ਪ੍ਰੇਮ ਮਾਣਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੇ ਸ਼ਬਦ ਗੁਰਬਾਣੀ ਨਾਮ ਦਾ ਵਿਚਾਰ ਕਰਕੇ ਦਿਨ ਰਾਤ ਗੁਰਸ਼ਬਦ ਗੁਰਬਾਣੀ ਨਾਮ ਨਾਲ ਪਿਆਰ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ ਜੀ। ਗੁਰੂ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਵਿਚਾਰ ਕਰਕੇ ਉਹ ਜੀਵ ਰੂਪ ਇਸਤਰੀ ਆਪਣੀ ਹਉਮੈ ਅਤੇ ਮਾਇਆਵੀ ਵਿਕਾਰਾਂ ਨੂੰ ਮਾਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਸਖੀ ਸਹੇਲਿਓ ਭਾਵ ਸਾਥੀ ਸੰਗਿਓ, ਇਸ ਤਰ੍ਹਾਂ ਤੁਸੀਂ ਵੀ ਆਪਣੇ ਪਿਆਰੇ ਪਰਮੇਸ਼ਰ ਨੂੰ ਰੂਪ ਪਤੀ ਨੂੰ ਮਿਲੋ ਜੀ। ਫਿਰ ਗੁਰੂ ਜੀ ਕਹਿੰਦੇ ਆ ਉਹ ਜੀਵ ਰੂਪ ਇਸਤਰੀ ਸੁਹਾਗਣ ਹੈ ਜੀ, ਜੋ ਹਮੇਸ਼ਾ ਪਤੀ ਰੂਪ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ ਜੀ। ਭਾਵ ਉਸ ਨਾਲ ਹਮੇਸ਼ਾ ਲਿਵ ਲਗਾਈ ਰੱਖਦੀ ਹੈ ਜੀ, ਅਤੇ ਆਪਣੇ ਮੂਲ ਨਾਲ ਜੁੜਦੀ ਹੈ ਜੀ, ਅਤੇ ਆਪਣੇ ਅੰਦਰ ਹਰ ਪਰਮੇਸ਼ਰ ਨੂੰ ਪਛਾਣਦੀ ਹੈ ਜੀ, ਉਸ ਨਾਲ ਜੁੜਦੀ ਹੈ ਜੀ, ਅਤੇ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਪ੍ਰੇਮ ਕਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਰੂਪ ਇਸਤਰੀ ਨੂੰ ਆਪਣੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਮਿਲੇ ਰਹਿਣਾ ਚਾਹੀਦਾ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਗ੍ਰਹਿਣ ਕਰਨਾ ਚਾਹੀਦਾ ਹੈ ਜੀ, ਅਤੇ ਇਸ ਤਰ੍ਹਾਂ ਆਪਣੇ ਦਵੈਤ ਭਾਵ ਮਾਇਆਵੀ ਵਿਕਾਰਾਂ ਨੂੰ ਖਤਮ ਦੂਰ ਕਰ ਦੇਣਾ ਚਾਹੀਦਾ ਜੀ, ਮਾਰ ਦੇਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੀਵ ਰੂਪ ਇਸਤਰੀ ਨੇ ਪਰਮੇਸ਼ਰ ਹਰ ਰੂਪ ਵਰ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣਾਂ ਨੂੰ ਧਾਰਨ ਕਰਕੇ ਪ੍ਰਾਪਤ ਕਰ ਲਿਆ ਹੈ ਜੀ, ਅਤੇ ਉਸ ਦੇ ਸਾਰੇ ਦੁੱਖ ਵਿਸਰ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆ ਦੇ ਮੋਹ ਵਿੱਚ ਭਾਵ ਮਾਇਆਵੀ ਵਿਕਾਰ ਵਿੱਚ ਪਿਆਰ ਪਾਉਣ ਕਾਰਨ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਨੂੰ ਭੁੱਲ ਗਈ ਸੀ ਜੀ, ਅਤੇ ਇਹ ਜੀਵ ਰੂਪ ਇਸਤਰੀ ਕੂੜ ਵਿੱਚ ਭਾਵ ਝੂਠ ਵਿੱਚ ਹੀ ਲੱਗੀ ਰਹੀ ਜੀ, ਅਤੇ ਕੂੜ ਵਿੱਚ ਹੀ ਠੱਗੀ ਹੋਈ, ਕੂੜ ਝੂਠੀ ਬਣ ਗਈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਰੂਪ ਇਸਤਰੀ ਦਾ ਕਰਤੱਵ ਹੈ ਜੀ ਕਿ ਉਹ ਕੂੜ ਨੂੰ ਝੂਠ ਨੂੰ ਆਪਣੇ ਅੰਦਰੋਂ ਭਾਵ ਕੂੜ ਦੇ ਭਰੇ ਵਿਕਾਰ ਹੰਕਾਰ ਹਉਮੈ ਨੂੰ ਅੰਦਰੋਂ ਦੂਰ ਕਰੇ ਜੀ, ਅਤੇ ਗੁਰੂ ਦੀ ਮੱਤ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਏ ਜੀ, ਅਤੇ ਆਪਣਾ ਮਨੁੱਖਾ ਜਨਮ ਨੂੰ ਜੂਏ ਦੀ ਬਾਜੀ ਵਾਂਗ ਨਾ ਹਾਰੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਮੇਸ਼ਾ ਸਿਮਰੇ ਜੀ, ਅਤੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਸਤ ਸਰੂਪ ਪਰਮੇਸ਼ਰ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਮਾ ਜਾਵੇ ਜੀ, ਅਤੇ ਉਹ ਪਰਮੇਸ਼ਰ ਰੂਪ ਹਰ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਿਰਦੇ ਵਿੱਚ ਵਸਾਏ। ਇਸ ਤਰ੍ਹਾਂ ਦਾ ਸ਼ਿੰਗਾਰ ਉਸਨੂੰ
ਕਰਨਾ ਚਾਹੀਦਾ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣਾਂ ਦਾ ਸ਼ਿੰਗਾਰ ਕਰਨਾ, ਇਹੋ ਜਿਹਾ ਕੱਪੜਾ ਪਾਉਣਾ ਹੈ ਜੀ, ਇਹ ਸ਼ਿੰਗਾਰ ਕਰਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਜੀਵ ਰੂਪ ਇਸਤਰੀ ਦਾ ਸੱਚਾ ਗੁਰਸ਼ਬਦ ਗੁਰਬਾਣੀ ਨਾਮ ਹੀ ਉਸਦੇ ਜੀਵਨ ਦਾ ਆਧਾਰ ਹੈ ਜੀ, ਅਤੇ ਉਹ ਹੀ ਸਹਿਜ ਅਵਸਥਾ ਵਿੱਚ ਫਿਰ ਸਮਾ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਪ੍ਰੀਤਮ ਰੂਪ ਪਰਮੇਸ਼ਰ ਜੀ, ਮੈਨੂੰ ਮਿਲੋ ਜੀ, ਮੈਂ ਤੁਹਾਡੇ ਬਿਨਾਂ ਬਹੁਤ ਹੀ ਨਿਮਾਣੀ ਹਾਂ ਜੀ, ਅਤੇ ਮੇਰੇ ਵਿਰਾਗ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮੇਰੇ ਨੈਣਾ ਮਿਲਣ ਤੋਂ ਬਿਨਾਂ ਮੇਰੇ ਨੈਣਾ ਵਿੱਚ ਨੀਂਦਰ ਨਹੀਂ ਆਉਂਦੀ ਜੀ, ਅਤੇ ਨਾ ਹੀ ਅੰਨ ਤੇ ਜਲ ਚੰਗੇ ਲੱਗਦੇ ਹਨ ਜੀ। ਭਾਵ ਮੈਨੂੰ ਖਾਣਾ ਪੀਣਾ ਕੁਝ ਵੀ ਚੰਗਾ ਨਹੀਂ ਲੱਗਦਾ ਜੀ। ਪਤੀ ਰੂਪ ਪਰਮੇਸ਼ਰ ਦੇ ਵਿਛੋੜੇ ਭਾਵ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਨੂੰ ਦੇਖਣ ਅਤੇ ਮਿਲਣ ਤੋਂ ਬਿਨਾਂ, ਭਾਵ ਗੁਰਸ਼ਬਦ ਗੁਰਬਾਣੀ ਨਾਮ ਨੂੰ ਨਿਤ ਧਿਆਏ ਬਿਨਾਂ ਮੈਂ ਹੋਕਿਆਂ ਨਾਲ ਰੋਂਦੀ ਤੇ ਮਰਦੀ ਰਹਿੰਦੀ ਹਾਂ ਜੀ, ਅਤੇ ਮੈਂ ਪਤੀ ਰੂਪ ਪਰਮੇਸ਼ਰ ਤੋਂ ਬਿਨਾਂ ਕਿਸ ਤਰ੍ਹਾਂ ਸੁੱਖ ਪਾ ਸਕਦੀ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਆਪਣੇ ਗੁਰੂ ਰੂਪ ਪਰਮੇਸ਼ਰ ਪਤੀ ਅੱਗੇ ਬੇਨਤੀ ਤੇ ਅਰਦਾਸ ਕਰਦੀ ਹਾਂ ਜੀ, ਕਿ ਜੇ ਗੁਰੂ ਰੂਪ ਪਰਮੇਸ਼ਰ ਪਤੀ ਨੂੰ ਮੇਰਾ ਗੁਰਸ਼ਬਦ ਗੁਰਬਾਣੀ ਨਾਮ ਚੰਗਾ ਲੱਗੇ ਤਾਂ ਪਰਮੇਸ਼ਰ ਮੈਨੂੰ ਆਪਣੇ ਨਾਲ ਮਿਲਾ ਲਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵ ਰੂਪ ਇਸਤਰੀ ਦੀ ਇਹ ਦੁਰਬਲ ਅਵਸਥਾ ਅਤੇ ਵਿਰਾਗ ਭਰੀ ਬੇਨਤੀ ਦੇ ਅਰਦਾਸ ਸੁਣ ਕੇ ਸੁੱਖਾਂ ਦਾ ਦਾਤਾ ਪਤੀ ਰੂਪ ਪਰਮੇਸ਼ਰ ਵੀ ਆਪ ਹੀ ਆਪਣੇ ਨਾਲ ਫਿਰ ਮੇਲ ਲੈਂਦਾ ਹੈ ਜੀ, ਆਪ ਹੀ ਆਪਣੇ ਨਾਲ ਲਗਾ ਲੈਂਦਾ ਹੈ ਜੀ, ਜੋੜ ਲੈਂਦਾ ਹੈ ਜੀ, ਅਤੇ ਆਪ ਹੀ ਘਰ ਆ ਕੇ ਭਾਵ ਹਿਰਦੇ ਅੰਦਰ ਹੀ ਉਹ ਸੁੱਖ ਦਿਖਾ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਿਰਦੇ ਅੰਦਰ ਹੀ ਉਹ ਫਿਰ ਉਸ ਪਰਮੇਸ਼ਰ ਦੀ ਸੋਝੀ ਹੋ ਜਾਂਦੀ ਹੈ ਜੀ, ਕਿ ਉਹ ਤੇ ਅੰਦਰ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀ ਰੂਪ ਇਸਤਰੀ ਸਦਾ ਗੁਰਸ਼ਬਦ ਗੁਰਬਾਣੀ ਨਾਮ ਧਾਰਨ ਕਰਕੇ ਪਰਮੇਸ਼ਰ ਰੂਪ ਪਤੀ ਨਾਲ ਇਕਮਿਕ ਹੋ ਕੇ ਸਦਾ ਸੁਹਾਗਣ ਰਹਿੰਦੀ ਹੈ ਜੀ, ਕਿਉਂਕਿ ਉਸ ਦਾ ਪਤੀ ਨਾ ਕਦੀ ਜੰਮਦਾ ਹੈ ਤੇ ਨਾ ਕਦੀ ਮਰਦਾ ਹੈ ਜੀ, ਤੇ ਨਾ ਕਿਤੇ ਜਾਂਦਾ ਹੈ ਜੀ। ਭਾਵ ਉਹ ਤੇ ਹਮੇਸ਼ਾ ਹੀ ਅੰਦਰ ਸੀ, ਹੁਣ ਵੀ ਅੰਦਰ ਹੈ ਜੀ, ਤੇ ਅਸੀਂ ਵੇਖਣਾ ਉਹਨੂੰ ਸਿਰਫ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਹੈ ਜੀ। ਜਦੋਂ ਉਸ ਨਾਲ ਇਸ ਦੀ ਸੋਝੀ ਹੋ ਗਈ ਜੀ, ਤਾਂ ਉਹ ਹਮੇਸ਼ਾ ਅੰਗ ਸੰਗ ਸਾਡੇ ਅੰਦਰ ਹੀ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਕਿਸ ਤਰ੍ਹਾਂ ਪਰਮੇਸ਼ਰ ਰੂਪ ਪਤੀ ਅੱਗੇ, ਪਤੀ ਰੂਪ ਪਰਮੇਸ਼ਰ ਅੱਗੇ ਅਰਦਾਸ ਤੇ ਬੇਨਤੀ ਕਰਨੀ ਹੈ ਕਿ ਸਾਨੂੰ ਵਿਛੜਿਆਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੋੜੇ ਜੀ, ਅਤੇ ਅਸੀਂ ਮਾਇਆਵੀ ਵਿਕਾਰਾਂ ਤੋਂ ਖਹਿੜਾ ਛੁਡਾ ਸਕੀਏ ਜੀ, ਖਤਮ ਕਰਕੇ ਤੇ ਸੱਚ ਸਰੂਪ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜ ਸਕੀਏ ਜੀ। ਇਸ ਸ਼ਬਦ ਵਿੱਚ ਵੀ ਦੂਸਰੇ ਸ਼ਬਦਾਂ ਵਾਂਗਰ ਉਹੀ ਉਪਦੇਸ਼ ਚੱਲ ਰਿਹਾ ਹੈ ਜੀ, ਜੋ ਤੁਸੀਂ ਪਿੱਛੇ ਸੁਣਿਆ ਹੋਵੇਗਾ ਜੀ। ਪਿਆਰੇ ਰੂਪ ਪਤੀ ਰੂਪ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਵਸਲ ਤੇ ਵਿਛੋੜਾ ਜ਼ਾਹਰ ਕਰਨ ਲਈ ਜੋ ਦੱਸਿਆ ਹੈ ਜੀ ਇਸ ਸ਼ਬਦ ਵਿੱਚ, ਉਹ ਬਹੁਤ ਹੀ
ਬੈਰਾਗ ਭਰਪੂਰ ਹੈ ਜੀ। ਅਤੇ ਪਤੀ ਰੂਪ ਪਰਮੇਸ਼ਰ ਤੋਂ ਬਿਨਾਂ ਜੀਵ ਰੂਪ ਇਸਤਰੀ ਆਪਣੇ ਮੂਲ ਤੋਂ ਵਿਛੜ ਕੇ ਕਿਸੇ ਤਰ੍ਹਾਂ ਦਾ ਵੀ ਸੁੱਖ ਨਹੀਂ ਪਾਉਂਦੀ ਜੀ। ਨਾ ਉਸਨੂੰ ਕੋਈ ਵਸਤਰ ਚੰਗੇ ਲੱਗਦੇ ਹਨ, ਨਾ ਖਾਣਾ ਪੀਣਾ। ਫਿਰ ਚੌਥੇ ਅੰਕ ਵਿੱਚ ਗੁਰੂ ਜੀ ਜਿਸ ਤਰ੍ਹਾਂ ਇਸ ਪੰਕਤੀ 'ਚ ਕਹਿੰਦੇ ਹਨ, ਮਿਲ ਮੇਰੇ ਪ੍ਰੀਤਮਾ ਜੀਓ ਦੁੱਧ ਬਿਨ ਖਰੀ ਨਿਮਾਣੀ, ਮਿਲ ਮੇਰੇ ਪ੍ਰੀਤਮਾ ਜੀਓ ਦੁੱਧ ਬਿਨ ਖਰੀ ਨਿਮਾਣੀ। ਇਸ ਗੁਰੂ ਦੇ ਸ਼ਬਦ, ਇਸ ਪੰਕਤੀ ਗੁਰਸ਼ਬਦ ਗੁਰਬਾਣੀ ਨਾਮ ਧਾਰਨ ਦੁਆਰਾ ਜੋ ਵਿਛੋੜੇ ਦੀ ਤੜਪ ਦੱਸੀ ਹੈ ਜੀ, ਉਹ ਸੁਹਾਗਣ ਰੂਪ ਜੀਵ ਇਸਤਰੀ ਦੇ ਹਿਰਦੇ ਦੀ ਵੇਦਨਾ ਹੈ ਜੀ। ਇਸ ਸ਼ਬਦ ਵਿੱਚ ਜਿਸ ਜੀਵ ਰੂਪ ਇਸਤਰੀ ਨੂੰ ਪਤੀ ਰੂਪ ਪਰਮੇਸ਼ਰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜੋੜਾ ਉਹ ਲੱਭ ਰਹੀ ਹੈ ਜੀ, ਦੋਵਾਂ ਦੀ ਅਵਸਥਾ ਦਾ ਵਰਣਨ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਮਾਇਆ ਦੇ ਸੁੱਖਾਂ ਵਿੱਚ, ਭਾਵ ਟੈਂਪਰੇਰੀ ਮਾਇਆਵੀ ਵਿਕਾਰਾਂ ਵਿੱਚ ਫਸਣ ਨਹੀਂ ਚਾਹੀਦਾ ਜੀ। ਅਤੇ ਉਸ ਕਰਕੇ ਹੀ ਅਸੀਂ ਪਤੀ ਰੂਪ ਪਰਮੇਸ਼ਰ ਤੋਂ ਵਿਛੜੇ ਹੋਏ ਹਾਂ ਜੀ। ਸੋ ਗੁਰਸ਼ਬਦ ਗੁਰਬਾਣੀ ਨਾਮ ਨਾਲ ਲਿਵ ਲਗਾ ਕੇ ਮਾਇਆਵੀ ਵਿਕਾਰਾਂ ਨੂੰ ਖਤਮ ਕਰਕੇ ਮਾਰ ਕੇ ਜੀਵ ਰੂਪ ਇਸਤਰੀ ਆਪਣੇ ਪਤੀ ਰੂਪ ਪਰਮੇਸ਼ਰ ਤੋਂ ਵਿਛੜੀ ਹੋਈ ਹੈ ਜੀ। ਫਿਰ ਜੇ ਜੀਵ ਰੂਪ ਇਸਤਰੀ ਗੁਰਸ਼ਬਦ ਗੁਰਬਾਣੀ ਨਾਮ ਦੀ ਕਮਾਈ ਕਰੇ, ਆਪਣੀ ਹਉਮੈ ਨੂੰ ਮਾਇਆਵੀ ਵਿਕਾਰਾਂ ਨੂੰ ਮਾਰੇ, ਤਾਂ ਸਹਿਜੇ ਹੀ ਸੱਚ ਸਰੂਪ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਉਸ ਪਤੀ ਰੂਪ ਪਰਮੇਸ਼ਰ ਨਾਲ ਉਸ ਦੀ ਲਿਵ ਲੱਗ ਜਾਂਦੀ ਹੈ ਜੀ, ਅਤੇ ਉਸ ਵਿੱਚ ਹੀ ਫਿਰ ਉਹ ਸਮਾ ਜਾਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।